ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਟਰੂਡੋ ਸ਼ਾਰਲੈਟਨ ਟਾਊਨ ਵਿਖੇ 3 ਰੋਜ਼ਾ ਰਿਟਰੀਟ ਸਮਾਰੋਹ 'ਚ ਦੇਣਗੇ ਆਪਣੀ ਕੈਬਨਿਟ ਲਈ ਨਵੇਂ ਮਿਸ਼ਨ ਦਾ ਸੁਨੇਹਾ। ਸਰਕਾਰ ਲਈ ਹਾਊਸਿੰਗ ਅਫੋਰਡੇਬਿਲਟੀ ਸੰਕਟ ਬਣਿਆ ਅਹਿਮ ਮੁੱਦਾ। ਬ੍ਰਿਟਿਸ਼ ਕੋਲੰਬੀਆ 'ਚ 400 ਜੰਗਲਾਂ 'ਚ ਭਿਆਨਕ ਅੱਗ, ਘੱਟੋ-ਘੱਟ 30,000 ਘਰਾਂ ਨੂੰ ਕਰਵਾਇਆ ਗਿਆ ਖਾਲੀ, ਜਦਕਿ 36,000 ਹੋਰ ਘਰਾਂ ਨੂੰ ਖਾਲੀ ਕਰਨ ਦੀ ਦਿੱਤੀ ਚੇਤਾਵਨੀ। ਓਕਨਾਗਨ ਝੀਲ ਦੇ ਆਲੇ-ਦੁਆਲੇ ਲੱਗੀ ਵਿਨਾਸ਼ਕਾਰੀ ਜੰਗਲੀ ਅੱਗ ਹੁਣ ਤਕਰੀਬਨ ਕਾਬੂ ਹੇਠ। ਪੱਛਮੀ ਕੇਲੋਨਾ ਫਾਇਰ ਮੁਖੀ ਨੇ ਕਿਹਾ 500 ਫਾਇਰ ਫਾਈਟਰਸ ਦੀ ਇੱਕ ਫੌਜ ਲੜਾਈ 'ਚ ਲੱਗੀ ਹੋਈ ਹੈ। ਮਿਸੀਸਾਗਾ 'ਚ 4 ਗੱਡੀਆਂ ਦੇ ਆਪਸ 'ਚ ਟਕਰਾਉਣ ਕਾਰਨ ਇੱਕ ਵਿਅਕਤੀ ਦੀ ਮੌਤ, 4 ਵਿਅਕਤੀਆਂ ਨੂੰ ਇਸ ਹਾਦਸੇ 'ਚ ਲੱਗੀਆਂ ਮਾਮੂਲੀ ਸੱਟਾਂ। ਪੁਲਿਸ ਹਾਦਸੇ ਦੀ ਕਰ ਰਹੀ ਹੈ ਜਾਂਚ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਹਫ਼ਤੇ ਸ਼ਾਰਲੈਟਨ ਟਾਊਨ 'ਚ ਹੋਣ ਵਾਲੀ 3 ਰੋਜ਼ਾ ਰਿਟਰੀਟ ਸਮਾਰੋਹ 'ਚ ਆਪਣੀ ਕੈਬਨਿਟ ਲਈ ਨਵੇਂ ਮਿਸ਼ਨ ਦਾ ਸੁਨੇਹਾ ਦੇਣਗੇ। ਸਰਕਾਰ ਲਈ ਹਾਊਸਿੰਗ ਅਫੋਰਡੇਬਿਲਟੀ ਸੰਕਟ ਹੁਣ ਕਾਫੀ ਅਹਿਮ ਬਣ ਚੁੱਕਿਆ ਹੈ। ਲਿਬਰਲ ਕੈਬਨਿਟ ਦੀ ਰਿਟਰੀਟ ਤੋਂ ਬਾਅਦ ਕਿਸੇ ਤਰ੍ਹਾਂ ਦੇ ਵੱਡੇ ਐਲਾਨ ਦੀ ਸੰਭਾਵਨਾ ਨਹੀਂ ਹੈ, ਪਰ ਹਾਊਸਿੰਗ ਤੇ ਯੂਥ ਬਾਰੇ ਮੰਤਰੀਆਂ ਨੂੰ ਕੌਮੀ ਮਾਹਿਰਾਂ ਵੱਲੋਂ ਤਫਸੀਲ ਨਾਲ ਜਾਣਕਾਰੀ ਦਿੱਤੀ ਜਾਵੇਗੀ। ਕੈਨੇਡੀਅਨਜ਼ ਨੂੰ ਆਰਥਿਕ ਸਿਕਿਉਰਿਟੀ ਦਾ ਅਹਿਸਾਸ ਕਰਵਾਉਣ ਅਤੇ ਆਪਣੀ ਸਰਕਾਰ 'ਚ ਲੋਕਾਂ ਦਾ ਮੁੜ ਵਿਸ਼ਵਾਸ ਪੈਦਾ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਹਫ਼ਤੇ ਸ਼ਾਰਲੈਟ ਟਾਊਨ ਵਿਖੇ ਹੋਣ ਵਾਲੀ 3 ਰੋਜ਼ਾ ਰਿਟਰੀਟ ਸਮਾਰੋਹ 'ਚ ਆਪਣੀ ਕੈਬਨਿਟ ਲਈ ਨਵੇਂ ਮਿਸ਼ਨ ਦਾ ਸੁਨੇਹਾ ਦੇਣਗੇ। ਜੁਲਾਈ 'ਚ ਵੱਡੇ ਫੇਰਬਦਲ ਤੋਂ ਬਾਅਦ ਹਾਊਸ ਆਫ ਕਾਮਨਜ਼ 'ਚ ਬੈਠਣ ਵਾਲੇ ਪਿਛਲੇ ਕੈਬਨਿਟ ਨਾਲੋਂ ਇਹ ਕੈਬਨਿਟ ਕਈ ਮਾਇਨਿਆਂ 'ਚ ਵੱਖਰੀ ਹੋਵੇਗੀ। 38 ਵਿੱਚੋਂ 7 ਮੰਤਰੀ ਪੂਰੀ ਤਰ੍ਹਾਂ ਬਦਲੇ ਜਾ ਚੁੱਕੇ ਨੇ ਤੇ 19 ਨੂੰ ਨਵੇਂ ਮਹਿਕਮੇ ਦਿੱਤੇ ਗਏ ਨੇ। ਸਰਕਾਰ ਲਈ ਹਾਊਸਿੰਗ ਅਫੋਰਡੇਬਿਲਟੀ ਸੰਕਟ ਹੁਣ ਕਾਫੀ ਅਹਿਮ ਬਣ ਚੁੱਕਿਆ ਹੈ। ਖਾਸ ਤੌਰ ਤੇ ਨੌਜਵਾਨ ਕੈਨੇਡੀਅਨਜ਼ ਲਈ ਕਹਾਣੀ ਪੂਰੀ ਤਰ੍ਹਾਂ ਨਾਲ ਵੱਖ ਹੈ। ਉਹਨਾਂ ਦੇ ਬਾਲਗ ਹੁੰਦਿਆਂ ਸਾਰ ਕੋਵਿਡ-19 ਦੀ ਮਾਰ ਪੈ ਗਈ ਤੇ ਇਸ ਤੋਂ ਬਾਅਦ ਕੀਮਤਾਂ 'ਚ ਹੋਏ ਭਾਰੀ ਵਾਧੇ ਕਾਰਨ ਇਹਨਾਂ ਕੈਨੇਡੀਅਨਜ਼ ਦਾ ਆਪਣਾ ਘਰ ਬਣਾਉਣ ਦਾ ਸੁਪਨਾ ਅੱਧ ਵਾਟੇ ਹੀ ਦਮ ਤੋੜ ਰਿਹਾ ਲੱਗ ਰਿਹਾ ਏ। ਲਿਬਰਲ ਕੈਬਨਿਟ ਦੀ ਰਿਟਰੀਟ ਤੋਂ ਬਾਅਦ ਕਿਸੇ ਤਰ੍ਹਾਂ ਦੇ ਵੱਡੇ ਐਲਾਨ ਦੀ ਸੰਭਾਵਨਾ ਤਾਂ ਨਹੀਂ, ਪਰ ਹਾਊਸਿੰਗ ਤੇ ਯੂਥ ਬਾਰੇ ਮੰਤਰੀਆਂ ਨੂੰ ਕੌਮੀ ਮਾਹਿਰਾਂ ਵੱਲੋਂ ਤਫਸੀਲ ਨਾਲ ਜਾਣਕਾਰੀ ਦਿੱਤੀ ਜਾਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਲਿਬਰਲਾਂ ਦੀ ਹਰਮਨ ਪਿਆਰਤਾ ਘਟਣ ਦੌਰਾਨ ਇਹ ਰਿਟਰੀਟ ਆਈ ਹੈ। ਤਾਜ਼ਾ ਸਰਵੇਖਣਾਂ ਤੋਂ ਸਾਹਮਣੇ ਆਇਆ ਹੈ ਕਿ ਕੰਜ਼ਰਵੇਟਿਵਾਂ ਦੇ ਸਮਰਥਨ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਾਂਕਿ ਲਿਬਰਲਾਂ ਤੇ ਐਨਡੀਪੀ ਦਰਮਿਆਨ 2025 ਤੱਕ ਘੱਟ ਗਿਣਤੀ ਸਰਕਾਰ ਨੂੰ ਕਿਸੇ ਤਰ੍ਹਾਂ ਚੱਲਦਾ ਰੱਖਣ ਦਾ ਕਰਾਰ ਹੋਇਆ ਹੈ, ਪਰ ਜਿਹੋ ਜਿਹੇ ਹਾਲਾਤ ਬਣ ਰਹੇ ਨੇ ਤਾਂ ਇਹ ਆਖਿਆ ਨਹੀਂ ਜਾ ਸਕਦਾ ਕਿ ਟਰੂਡੋ ਸਰਕਾਰ ਕਿੰਨੀ ਦੇਰ ਹੋਰ ਚੱਲੇਗੀ। ਆਉਣ ਵਾਲੇ ਕੁਝ ਮਹੀਨਿਆਂ 'ਚ ਵੀ ਇਹ ਦਮ ਤੋੜ ਸਕਦੀ ਹੈ। ਨੌਜਵਾਨ ਕੈਨੇਡੀਅਨਸ 'ਚ ਲਿਬਰਲਾਂ ਦਾ ਅਕਸ ਕਾਫੀ ਗੰਧਲਿਆ ਹੈ। ਇਸ ਸਬੰਧ 'ਚ ਲਿਬਰਲ ਰਣਨੀਤੀਕਾਰ ਤੇ ਬਲੂ ਸਕਾਈ ਸਟ੍ਰੈਟਜੀ ਗਰੁੱਪ ਦੇ ਸਹਿ ਸੰਸਥਾਪਕ ਸੁਜ਼ਾਨ ਸਮਿਥ ਨੇ ਕਿਹਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਪੋਲੀਏਵਰ ਨੇ ਕੁਝ ਇਲਾਕਿਆਂ 'ਚ ਆਪਣੀ ਪਕੜ ਬਣਾ ਲਈ ਹੈ ਤੇ ਮੈਨੂੰ ਲੱਗਦਾ ਕਿ ਹੁਣ ਲਿਬਰਲਾਂ ਨੂੰ ਜਵਾਬੀ ਹਮਲਾ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਤੱਥ ਤੇ ਧਿਆਨ ਦੇਣਾ ਪਵੇਗਾ ਕਿ ਲਿਬਰਲਾਂ ਦੇ ਪਹਿਲੀ ਵਾਰ ਸੱਤਾ 'ਚ ਆਉਣ ਮਗਰੋਂ ਕੈਨੇਡਾ ਦੀ ਆਰਥਿਕ ਸਥਿਤੀ 'ਚ ਬਦਲਾਅ ਆਇਆ ਹੈ। ਉਹਨਾਂ ਕਿਹਾ ਆਰਥਿਕਤਾ ਅਸਲੀਅਤ ਨਾਟਕੀ ਢੰਗ ਨਾਲ ਬਦਲ ਗਈ ਹੈ। ਦੱਸ ਦਈਏ ਕਿ ਮੰਤਰੀ 18 ਸਤੰਬਰ ਨੂੰ ਹਾਊਸ ਆਫ ਕਾਮਨਜ਼ 'ਚ ਜਾਣਗੇ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਕਰੀਬ 400 ਜੰਗਲਾਂ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਭਿਆਨਕ ਸਥਿਤੀ ਕਾਰਨ ਘੱਟੋ-ਘੱਟ 30,000 ਘਰਾਂ ਨੂੰ ਖਾਲੀ ਕਰਵਾਇਆ ਗਿਆ, ਜਦਕਿ 36,000 ਹੋਰ ਘਰਾਂ ਨੂੰ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਐਤਵਾਰ ਦੇਰ ਰਾਤ ਸੂਬਾਈ ਐਮਰਜੈਂਸੀ ਪ੍ਰਬੰਧਨ ਮੰਤਰੀ ਬੋਇੰਗਮੈਨ ਨੇ ਇੱਕ ਬਿਆਨ ਜਾਰੀ ਕੀਤਾ। ਉਹਨਾਂ ਕਿਹਾ ਕਿ ਲੋਕਾਂ ਨੂੰ ਘਰ ਖਾਲੀ ਕਰਨ ਲਈ ਸੁਚੇਤ ਕਰਨਾ ਅਤੇ ਇਹਨਾਂ ਹੁਕਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਕੈਨੇਡਾ ਦੇ BC 'ਚ ਜੰਗਲਾਂ 'ਚ ਭੜਕੀ ਅੱਗ ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ। ਤੇਜ਼ੀ ਨਾਲ ਫੈਲ ਰਹੀ ਇਸ ਅੱਗ ਨੂੰ ਕਾਬੂ ਕਰਨ ਦੇ ਲਈ ਹੁਣ ਕੈਨੇਡਾ ਦੀ ਸਰਕਾਰ ਨੇ ਸੈਨਾ ਨੂੰ ਪ੍ਰਭਾਵਿਤ ਇਲਾਕਿਆਂ 'ਚ ਤੈਨਾਤ ਕਰਨ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਅੱਗ ਦੇ ਚੱਲਦਿਆਂ ਅਜੇ ਤੱਕ ਬ੍ਰਿਟਿਸ਼ ਕੋਲੰਬੀਆ ਸੂਬੇ ਦੇ 35,000 ਤੋਂ ਵੱਧ ਲੋਕਾਂ ਨੂੰ ਕੱਢਿਆ ਗਿਆ ਹੈ। ਅੱਗ ਤੋਂ ਵਿਗੜੇ ਹਾਲਾਤ ਨਾਲ ਨਿਪਟਣ ਦੇ ਲਈ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਦੀ ਸਰਕਾਰ ਨੇ ਸੂਬੇ 'ਚ ਐਮਰਜੈਂਸੀ ਲਾਗੂ ਕਰ ਦਿੱਤੀ ਹੈ। ਇਸ ਨਾਲ ਅਧਿਕਾਰੀਆਂ ਨੂੰ ਜ਼ਿਆਦਾ ਅਧਿਕਾਰ ਮਿਲ ਜਾਣਗੇ ਤੇ ਉਹ ਬਿਹਤਰ ਤਰੀਕੇ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਨਗੇ। ਕੈਨੇਡਾ ਦੇ ਵੈਨਕੂਵਰ 'ਚ ਪੂਰਬ 'ਚ 300 ਕਿਲੋਮੀਟਰ ਦੂਰ ਸਥਿਤ ਸ਼ਹਿਰ ਕੈਲੋਵਨਾ ਸਭ ਤੋਂ ਪਹਿਲਾਂ ਅੱਗ ਭੜਕੀ ਸੀ।
ਇਸ ਤੋਂ ਬਾਅਦ ਅਮਰੀਕਾ ਦੇ ਬਾਰਡਰ ਇਲਾਕਿਆਂ ਅਤੇ ਅਮਰੀਕਾ ਦੇ ਪ੍ਰਸ਼ਾਂਤ ਉੱਤਰ ਪੱਛਮੀ ਇਲਾਕਿਆਂ 'ਚ ਵੀ ਅੱਗ ਭੜਕ ਗਈ। ਫਿਲਹਾਲ ਪੂਰੇ ਬ੍ਰਿਟਿਸ਼ ਕੋਲੰਬੀਆ 'ਚ ਕੁੱਲ 380 ਥਾਵਾਂ 'ਤੇ ਅੱਗ ਫੈਲੀ ਹੋਈ ਹੈ ਤੇ ਇਸ ਵਿੱਚ 150 ਥਾਵਾਂ 'ਤੇ ਅੱਗ ਕਾਬੂ ਤੋਂ ਬਾਹਰ ਹੈ। ਕੈਨੇਡਾ ਦੇ PM ਜਸਟਿਨ ਟਰੂਡੋ ਨੇ ਸੈਨਾ ਦੀ ਤੈਨਾਤੀ ਦੇ ਆਦੇਸ਼ ਦਿੱਤੇ ਨੇ। ਨਾਲ ਹੀ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗ ਤੋਂ ਪ੍ਰਭਾਵਿਤ ਇਲਾਕਿਆਂ ਨੂੰ ਖਾਲੀ ਕਰ ਦੇਣ ਤਾਂ ਕਿ ਬਚਾਅ ਕਾਰਜਾਂ ਨੂੰ ਆਸਾਨੀ ਨਾਲ ਕੀਤਾ ਜਾ ਸਕੇ। ਨਾਲ ਹੀ ਲੋਕਾਂ ਨੂੰ ਅੱਗ ਤੋਂ ਪ੍ਰਭਾਵਿਤ ਇਲਾਕਿਆਂ ਦੀ ਯਾਤਰਾ ਕਰਨ ਅਤੇ ਅੱਗ ਦੀਆਂ ਤਸਵੀਰਾਂ ਲੈਣ ਦੇ ਲਈ ਡਰੋਨ ਉਡਾਉਣ ਤੋਂ ਵੀ ਮਨਾਹੀ ਕੀਤੀ ਗਈ ਹੈ ਕਿਉਂਕਿ ਇਸ ਨਾਲ ਅੱਗ ਬੁਝਾਊ ਵਿਭਾਗ ਦੇ ਕਰਮਚਾਰੀਆਂ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਹਾਲੇ ਤੱਕ ਕਿੰਨੀ ਸੰਪત્ਤੀ ਨੂੰ ਅੱਗ ਨੇ ਨੁਕਸਾਨ ਪਹੁੰਚਾਇਆ ਹੈ ਇਹਦੀ ਜਾਣਕਾਰੀ ਨਹੀਂ ਦਿੱਤੀ ਗਈ। ਕੈਨੇਡਾ 'ਚ ਅੱਗ ਭੜਕਣ ਦੀ ਇਹ ਪਹਿਲੀ ਘਟਨਾ ਨਹੀਂ, ਪਰ ਇਹ ਹੁਣ ਤੱਕ ਦੀ ਅੱਗ ਲੱਗਣ ਦੀ ਸਭ ਤੋਂ ਵੱਡੀ ਘਟਨਾ ਹੈ। ਕਰੀਬ 1,40,000 ਵਰਗ ਕਿਲੋਮੀਟਰ ਦਾ ਇਲਾਕਾ ਅਜੇ ਤੱਕ ਅੱਗ ਨਾਲ ਤਬਾਹ ਹੋ ਚੁੱਕਾ ਹੈ। ਇਹ ਅਮਰੀਕਾ ਦੇ ਨਿਊਯਾਰਕ ਰਾਜ ਦੇ ਬਰਾਬਰ ਦਾ ਇਲਾਕਾ ਹੈ। ਕੈਨੇਡਾ ਦੀ ਸਰਕਾਰ ਦੇ ਨਾਲ-ਨਾਲ 13 ਹੋਰਨਾਂ ਦੇਸ਼ਾਂ ਵੱਲੋਂ ਵੀ ਇਸ ਅੱਗ ਤੇ ਕਾਬੂ ਪਾਉਣ ਦੇ ਲਈ ਬ੍ਰਿਟਿਸ਼ ਕੋਲੰਬੀਆ ਸਰਕਾਰ ਦੀ ਮਦਦ ਕੀਤੀ ਜਾ ਰਹੀ ਹੈ। ਹਾਲੇ ਤੱਕ 4 ਅੱਗ ਬੁਝਾਊ ਕਰਮਚਾਰੀਆਂ ਦੀ ਡਿਊਟੀ ਦੌਰਾਨ ਮੌਤ ਹੋ ਚੁੱਕੀ ਹੈ। ਸੋਕੇ ਦੇ ਹਾਲਾਤ ਅਤੇ ਤੇਜ਼ ਹਵਾਵਾਂ ਦੇ ਚੱਲਦਿਆਂ ਫਿਲਹਾਲ ਅੱਗ ਤੇ ਕਾਬੂ ਜਲਦ ਪਾਉਣ ਦੀ ਉਮੀਦ ਘੱਟ ਹੈ। ਬ੍ਰਿਟਿਸ਼ ਕੋਲੰਬੀਆ ਦੇ ਯੈਲੋਨਾਈਫ ਸ਼ਹਿਰ ਦੇ ਨਜ਼ਦੀਕ ਲੱਗੀ ਅੱਗ ਬੇਕਾਬੂ ਹੈ ਤੇ ਸਰਕਾਰ ਨੇ ਇਹਤਿਆਤਨ ਪੂਰੇ ਸ਼ਹਿਰ ਨੂੰ ਖਾਲੀ ਕਰਾ ਲਿਆ ਹੈ। ਸ਼ਹਿਰ ਦੇ 20,000 ਲੋਕ ਸ਼ਹਿਰ ਛੱਡ ਕੇ ਜਾ ਚੁੱਕੇ ਨੇ ਤੇ ਪੂਰਾ ਸ਼ਹਿਰ ਭੂਤੀਆ ਸ਼ਹਿਰ ਬਣ ਚੁੱਕਾ ਹੈ। It is an extraordinarily serious situation. I have to highlight as well, though, that even as we're seeing those terrible images, we're also seeing images of how Canadians across the country, but particularly out west, are stepping up to help their fellow citizens, their neighbours, residents who are fleeing for their lives. In many cases have lost everything. These are things where emergencies happen and Canadians pull together, and it's always comforting to see. The federal government is continuing to step up. We're there with Canadian Armed Forces resources. We're active in coordinating with regional and local governments to make sure people are safe, make sure we're doing everything to protect lives and property. But there's a lot more to do, and we're going to continue to stay focused on that. I spoke with Premier Eby of British Columbia yesterday. I'd spoken with Premier Cochrane of the Northwest Territories a few days before. We had an IRG meeting yesterday of Cabinet, and tomorrow we're going to be taking some time to ensure during this Cabinet retreat further coordination and actions to keep people safe during this ridiculously bad summer in terms of extreme weather events. During our session tomorrow, the Minister of Emergency Preparedness will be joining us, but virtually. He's staying home in British Columbia to continue leading the federal response and coordinate closely with the province on the situation, not just in Kelowna, but across the central Okanagan and in places where they're further threatened by fires. ਓਕਨਾਗਨ ਝੀਲ ਦੇ ਆਲੇ ਦੁਆਲੇ ਲੱਗੀ ਵਿਨਾਸ਼ਕਾਰੀ ਜੰਗਲੀ ਅੱਗ ਹੁਣ ਤਕਰੀਬਨ ਕਾਬੂ ਦੇ ਹੇਠ ਆ ਗਈ ਹੈ। ਫਾਇਰ ਵਿਭਾਗ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਪੱਛਮੀ ਕੈਲੋਨਾ ਫਾਇਰ ਮੁਖੀ ਜੇਸਨ ਬਰੋਲਨ ਨੇ ਕਿਹਾ ਹੈ ਕਿ ਚੀਜ਼ਾਂ ਅਖੀਰ ਬਿਹਤਰ ਦਿਖਾਈ ਦੇ ਰਹੀਆਂ ਨੇ। ਉਹਨਾਂ ਕਿਹਾ ਕਿ 500 ਫਾਇਰ ਫਾਈਟਰਸ ਦੀ ਇੱਕ ਫੌਜ ਲੜਾਈ 'ਚ ਲੱਗੀ ਹੋਈ ਹੈ ਜੋ ਕਿ ਇੱਕ ਨਵੇਂ ਪੜਾਅ 'ਚ ਹੈ। ਉਹਨਾਂ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ 24 ਘੰਟਿਆਂ 'ਚ ਮੈਕਡਾਗਲ ਕ੍ਰੀਕ ਜੰਗਲ ਦੀ ਅੱਗ ਨਾਲ ਪੱਛਮੀ ਕੈਲੋਨਾ 'ਚ ਕੋਈ ਵੀ ਘਰ ਨਸ਼ਟ ਨਹੀਂ ਹੋਇਆ ਤੇ ਹੁਣ ਇੱਥੇ ਰਿਕਵਰੀ ਦੇ ਬਾਰੇ ਗੱਲ ਸ਼ੁਰੂ ਕਰਨਾ ਸੰਭਵ ਹੈ। ਉਧਰ ਕੈਲੋਨਾ ਦੇ ਫਾਇਰ ਮੁਖੀ ਟ੍ਰੈਵਿਸ ਵਾਈਟਿੰਗ ਨੇ ਕਿਹਾ ਹੈ ਕਿ ਹਾਲ ਹੀ ਦੇ ਦਿਨਾਂ 'ਚ ਅੱਗ ਦੇ ਚਰਮ ਦੇ ਵਿਵਹਾਰ ਦੀ ਤੁਲਨਾ 'ਚ ਅੱਗ ਦੀ ਗਤੀਵਿਧੀ 'ਚ ਕਮੀ ਆਈ ਹੈ ਕਿਉਂਕਿ ਪਿਛਲੇ ਦਿਨੀ ਇਸ ਅੱਗ ਨੇ ਝੀਲ ਦੇ ਦੋਵੇਂ ਕਿਨਾਰਿਆਂ ਤੇ ਪੱਛਮੀ ਕੈਲੋਨਾ ਤੇ ਕੈਲੋਨਾ ਕਈ ਘਰਾਂ ਨੂੰ ਤਬਾਹ ਕਰ ਦਿੱਤਾ ਸੀ। ਕੇਂਦਰੀ ਓਕਨਾਗਨ 'ਚ ਸਕਾਰਾਤਮਕ ਘਟਨਾਕ੍ਰਮ ਪੂਰੇ ਸੂਬੇ 'ਚ ਸੈਂਕੜੇ ਅੱਗਾਂ ਵਿਰੁੱਧ ਇੱਕ ਹਤਾਸ਼ ਲੜਾਈ ਵਿਚਾਲੇ ਆਇਆ ਹੈ ਜਿਸ ਕਾਰਨ 30,000 ਲੋਕਾਂ ਨੂੰ ਨਿਕਾਸੀ ਦੇ ਹੁਕਮ ਦਿੱਤੇ ਗਏ ਸਨ ਅਤੇ ਇੱਥੇ ਸੂਬਾਈ ਸੰਕਟ ਕਾਲ ਲਾਗੂ ਹੈ। ਵਾਈਟਿੰਗ ਨੇ ਕਿਹਾ ਹੈ ਕਿ ਇਹ ਹੁਣ ਅਜਿਹਾ ਦਿਨ ਹੈ ਜਦੋਂ ਅਸੀਂ ਡੂੰਘਾ ਸਾਹ ਲੈ ਸਕਦੇ ਹਾਂ ਤੇ ਰਣਨੀਤੀ ਤੇ ਧਿਆਨ ਕੇਂਦਰਿਤ ਕਰ ਸਕਦੇ ਹਾਂ। ਉੱਥੇ ਹੀ ਬਰੋਲਨ ਨੇ ਕਿਹਾ ਕਿ ਹੁਣ ਅਜਿਹਾ ਮਹਿਸੂਸ ਹੋ ਰਿਹਾ ਕਿ ਹੁਣ ਅਸੀਂ ਪਿੱਛੇ ਜਾਣ ਦੀ ਬਜਾਏ
ਅੱਗੇ ਵਧ ਰਹੇ ਹਾਂ। ਟੋਰਾਂਟੋ ਦੇ ਪੱਛਮੀ ਹਿੱਸੇ 'ਚ ਇੱਕ ਰਿਹਾਇਸ਼ੀ ਇਮਾਰਤ 'ਚ ਅੱਗ ਲੱਗ ਜਾਣ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ। ਇਸ ਹਾਦਸੇ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਐਤਵਾਰ ਨੂੰ ਦੁਪਹਿਰੇ 2:30 ਤੋਂ ਪਹਿਲਾਂ ਬਲੂਅਰ ਸਟਰੀਟ ਵੈਸਟ ਅਤੇ ਡੋਵਰਕੋਟ ਰੋਡ ਏਰੀਏ ਵਿੱਚ 357 ਰਸ਼ਮੋਰ ਰੋਡ ਉੱਤੇ ਸਥਿਤ ਇਸ ਇਮਾਰਤ 'ਚ ਅੱਗ ਲੱਗਣ ਦਾ ਪਤਾ ਲੱਗਦੇ ਸਾਰ ਪੁਲਿਸ ਅਤੇ ਫਾਇਰ ਅਮਲਾ ਮੌਕੇ ਤੇ ਪਹੁੰਚੇ। ਡਿਪਟੀ ਫਾਇਰ ਚੀਫ ਜਿਮ ਜੈਸਪ ਨੇ ਆਖਿਆ ਕਿ ਟੋਰਾਂਟੋ ਫਾਇਰ ਸਰਵਿਸ ਨੂੰ ਬਿਜਲੀ ਕਾਰਨ ਲੱਗੀ ਅੱਗ ਤੇ ਧੂਏ ਨਾਲ ਨਜਿੱਠਣਾ ਪਿਆ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਇਸ ਅੱਗ ਨੂੰ 2 ਅਲਾਰਮ ਦੱਸਿਆ ਗਿਆ, ਪਰ ਜਲਦ ਹੀ ਇਲੈਕਟ੍ਰਿਕ ਸਿਸਟਮ ਰਾਹੀਂ ਇਹ ਅੱਗ ਕਈ ਮੰਜ਼ਲਾਂ ਤੱਕ ਫੈਲ ਗਈ ਤੇ ਇਸ ਨੂੰ 5 ਅਲਾਰਮ ਵਾਲੀ ਦੱਸਿਆ ਗਿਆ। ਬਿਲਡਿੰਗ 'ਚ ਰਹਿਣ ਵਾਲੇ ਕਿਸੇ ਵਿਅਕਤੀ ਨੇ ਹੀ ਕੰਪਲੈਕਸ ਦੀ ਬੇਸਮੈਂਟ 'ਚ ਜ਼ੋਰਦਾਰ ਧਮਾਕਾ ਸੁਣਿਆ ਸੀ। ਕਲੇ, ਜੋ ਕਿ ਇੱਕ ਇਲੈਕਟ੍ਰੀਸ਼ੀਅਨ ਹੈ, ਨੇ ਦੱਸਿਆ ਕਿ ਉਸਨੇ ਜਿਵੇਂ ਹੀ ਆਪਣੇ ਅਪਾਰਟਮੈਂਟ ਦਾ ਦਰਵਾਜ਼ਾ ਖੋਲ੍ਹਿਆ ਤਾਂ ਹਾਲਵੇ 'ਚ ਮੌਜੂਦ ਇਲੈਕਟ੍ਰੀਕਲ ਕਮਰੇ 'ਚੋਂ ਤੇਜ਼ ਲਪਟਾਂ ਨਿਕਲ ਰਹੀਆਂ ਸਨ। ਪਹਿਲੀ ਤੇ ਦੂਜੀ ਮੰਜ਼ਲ ਉੱਤੇ ਰਹਿਣ ਵਾਲਿਆਂ ਨੇ ਦੱਸਿਆ ਕਿ ਉਹਨਾਂ ਨੂੰ ਇੰਜ ਲੱਗਿਆ ਜਿਵੇਂ ਕੋਈ ਬੰਬ ਫਟਿਆ ਹੋਵੇ। ਜੈਸਪ ਨੇ ਦੱਸਿਆ ਕਿ ਕਈ ਮੰਜ਼ਲਾਂ ਤੋਂ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਕਿਉਂਕਿ ਪੂਰੀ ਬਿਲਡਿੰਗ 'ਚ ਹੀ ਧੂੰਆਂ ਫੈਲ ਚੁੱਕਿਆ ਸੀ। ਹਾਲਵੇਜ਼ ਤੋਂ ਲੈ ਕੇ ਪੌੜੀਆਂ ਵਾਲੇ ਪਾਸੇ ਸਾਰੇ ਧੂਏ ਨਾਲ ਭਰੇ ਹੋਏ ਸਨ। ਪੈਰਾਮੈਡਿਕਸ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਮਾਮੂਲੀ ਮੈਡੀਕਲ ਮਦਦ ਦੀ ਲੋੜ ਪਈ, ਪਰ ਹੋਰ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। 267 ਯੂਨਿਟਸ ਵਾਲੀ ਇਸ ਬਿਲਡਿੰਗ ਦੀ ਬਿਜਲੀ ਸਪਲਾਈ ਕਦੋਂ ਬਹਾਲ ਕੀਤੀ ਜਾਵੇਗੀ, ਅਜੇ ਇਸ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ। ਮਾਮਲੇ ਦੀ ਜਾਂਚ ਕਰਨ ਲਈ ਜਾਂਚਕਾਰ ਮੌਕੇ ਉੱਤੇ ਪਹੁੰਚ ਚੁੱਕੇ ਨੇ ਤੇ ਫਾਇਰ ਮਾਰਸ਼ਲ ਦੇ ਆਫਿਸ ਨੂੰ ਵੀ ਅੱਗ ਦੇ ਕਾਰਨਾਂ ਦਾ ਪਤਾ ਲਾਉਣ ਲਈ ਮਦਦ ਵਾਸਤੇ ਆਖ ਦਿੱਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਹੋਪ 'ਚ ਐਤਵਾਰ ਸਵੇਰੇ ਹੋਈ ਗੋਲੀਬਾਰੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਫਰੇਜ਼ਰ ਵੈਲੀ ਰੀਜਨਲ ਡਿਟੈਚਮੈਂਟ RCMP ਦੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਐਤਵਾਰ ਸਵੇਰੇ ਕਰੀਬ 3 ਵਜੇ ਹੋਪ ਦੇ ਸੈਂਟ ਐਲਮੋ ਰੋਡ ਦੇ 59400 ਬਲਾਕ ਤੇ ਹੋਈ ਗੋਲੀਬਾਰੀ ਦੀ ਇਸ ਘਟਨਾ ਦੀ ਜਾਣਕਾਰੀ ਮਿਲੀ ਸੀ। ਉਹਨਾਂ ਦੱਸਿਆ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਉੱਥੇ ਉਹਨਾਂ ਨੂੰ ਇੱਕ ਵਿਅਕਤੀ ਗੋਲੀਬਾਰੀ ਕਾਰਨ ਗੰਭੀਰ ਰੂਪ 'ਚ ਜ਼ਖਮੀ ਮਿਲਿਆ, ਜਿਸ ਦੀ ਬਾਅਦ ਦੇ ਵਿੱਚ ਮੌਤ ਹੋ ਗਈ। ਉਹਨਾਂ ਦੱਸਿਆ ਕਿ ਇਸ ਵਾਰਦਾਤ ਦੇ ਸਬੰਧ 'ਚ ਇੱਕ ਸ਼ੱਕੀ, ਜਿਸ ਨੂੰ ਕਿ ਸ਼ੁਰੂਆਤ 'ਚ ਹੀ ਪਹਿਚਾਣ ਲਿਆ ਗਿਆ ਸੀ, ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਜਨਤਾ ਲਈ ਕੋਈ ਖਤਰਾ ਨਹੀਂ ਹੈ। ਇਸ ਵਾਰਦਾਤ ਦੇ ਸਬੰਧ 'ਚ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਹੋਪ 'ਚ ਤੈਨਾਤ ਕੀਤਾ ਗਿਆ ਹੈ ਤੇ ਉਹ ਫਰੇਜ਼ਰ ਵੈਲੀ ਰੀਜਨਲ ਡਿਟੈਚਮੈਂਟ, BC ਕਾਰਨਰਜ਼ ਸਰਵਿਸ ਅਤੇ ਇੰਟੀਗ੍ਰੇਟਿਡ ਫੋਰੈਂਸਿਕ ਆਇਡੈਂਟੀਫਿਕੇਸ਼ਨ ਸੈਕਸ਼ਨ ਨਾਲ ਮਿਲ ਕੇ ਇਸ ਮਾਮਲੇ ਦੀ ਜਾਂਚ ਕਰੇਗਾ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਂਚਕਰਤਾਵਾਂ ਨੇ ਕਿਹਾ ਕਿ ਉਹਨਾਂ ਨੇ ਪੀੜਤ ਦੀ ਪਹਿਚਾਣ ਕਰ ਲਈ ਹੈ ਤੇ ਉਹ ਹੁਣ ਪਰਿਵਾਰ ਨੂੰ ਸੂਚਿਤ ਕਰਨ ਲਈ ਕੰਮ ਕਰ ਰਹੇ ਨੇ। IHIT ਦੇ ਸਾਰਜੈਂਟ ਟਿਮੋਥੀ ਪਿਓਰੋਟੀ ਨੇ ਕਿਹਾ ਹੈ ਕਿ ਹੋਪ RCMP ਦੇ ਮੈਂਬਰਾਂ ਦੀ ਧੰਨਵਾਦੀ ਹੈ, ਜਿਨ੍ਹਾਂ ਨੇ ਇਸ ਘਟਨਾ ਤੇ ਤੁਰੰਤ ਪ੍ਰਤੀਕਿਰਿਆ ਦਿੱਤੀ ਤੇ ਇਹ ਯਕੀਨੀ ਬਣਾਇਆ ਕਿ ਇਲਾਕਾ ਲੋਕਾਂ ਲਈ ਸੁਰੱਖਿਅਤ ਹੋਵੇ। ਮਿਸੀਸਾਗਾ 'ਚ 4 ਗੱਡੀਆਂ ਦੇ ਆਪਸ 'ਚ ਟਕਰਾ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਜਾਂਚਕਾਰਾਂ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਸ਼ਾਮ ਨੂੰ QW ਤੇ ਹੁਰੋਨਤਾਰੀਓ ਸਟਰੀਟ ਦੇ ਇੰਟਰਸੈਕਸ਼ਨ ਨੇੜੇ ਹੋਇਆ। ਕਾਰਜਕਾਰੀ ਸਾਰਜੈਂਟ ਪਾਲ ਸਿਕਰਾ ਅਨੁਸਾਰ 4 ਵਿਅਕਤੀਆਂ ਨੂੰ ਇਸ ਹਾਦਸੇ 'ਚ ਮਾਮੂਲੀ ਸੱਟਾਂ ਲੱਗੀਆਂ, ਜਦਕਿ ਹਾਲਡੀਮੰਡ ਕਾਉਂਟੀ ਤੋਂ ਇੱਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਹਸਪਤਾਲ ਲਿਜਾਏ ਜਾਣ ਤੋਂ ਕੁਝ ਸਮੇਂ ਬਾਅਦ ਇਸ ਵਿਅਕਤੀ ਦੀ ਮੌਤ ਹੋ ਗਈ। ਇੱਕ ਵਿਅਕਤੀ ਨੂੰ ਗੱਡੀ ਕੱਟ ਕੇ ਬਾਹਰ ਕੱਢਿਆ ਗਿਆ। ਪੁਲਿਸ ਹਾਦਸੇ ਲਈ ਗੁੱਸੇ ਨਾਲ ਗੱਡੀ ਚਲਾਏ ਜਾਣ ਨੂੰ ਕਾਰਨ ਮੰਨ ਕੇ ਚੱਲ ਰਹੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਿਊਬਿਕ 'ਚ ਇੱਕ ਘਰ ਦੀ ਉਸਾਰੀ ਦੌਰਾਨ ਵਾਪਰੇ ਭਿਆਨਕ ਹਾਦਸੇ ਦੌਰਾਨ 4 ਲੋਕਾਂ ਦੀ ਮੌਤ ਹੋ ਗਈ। ਸੂਬਾਈ ਪੁਲਿਸ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਮੁਤਾਬਕ ਇਹ ਹਾਦਸਾ ਸੂਬੇ ਦੇ ਬਾਸ ਸੇਂਟ ਲਾਰੈਂਟ ਇਲਾਕੇ 'ਚ ਸ਼ਨੀਵਾਰ ਸ਼ਾਮੀ ਕਰੀਬ 4 ਵਜੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਪੀੜਤ ਜ਼ਮੀਨ ਤੋਂ ਕਈ ਮੀਟਰ ਉੱਪਰ ਇੱਕ ਕੈਂਚੀ ਲਿਫਟ 'ਚ ਕੰਮ ਕਰ ਰਹੇ ਸਨ ਤੇ ਇਸੇ ਦੌਰਾਨ ਇਹ ਲਿਫਟ ਅਚਾਨਕ ਥੱਲੇ ਡਿੱਗ ਪਈ। ਪੁਲਿਸ ਦੇ ਬੁਲਾਰੇ ਸਟੀਫਨ ਟ੍ਰੈਂਬਲੇ ਨੇ ਕਿਹਾ ਹੈ ਕਿ ਇਸ ਹਾਦਸੇ 'ਚ 27 ਸਾਲਾ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ 3 ਹੋਰ ਜ਼ਖਮੀ ਹੋ ਗਏ। ਉਹਨਾਂ ਕਿਹਾ ਕਿ 3 ਜ਼ਖਮੀਆਂ ਨੂੰ ਇਸ ਮਗਰੋਂ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਜ਼ਖਮਾਂ ਦੀ ਤਾਬ ਨਾ ਚੱਲਦਿਆਂ ਉਹਨਾਂ ਨੇ ਦਮ ਤੋੜ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚਕਰਤਾਵਾਂ ਨੇ ਉਹਨਾਂ ਦੇ ਕਾਰਨਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਦੇ ਚੱਲਦਿਆਂ ਇਹ ਹਾਦਸਾ ਵਾਪਰਿਆ। ਪੀੜਤਾਂ 'ਚ 2 ਔਰਤਾਂ ਤੇ 2 ਪੁਰਸ਼ ਸ਼ਾਮਲ ਸਨ। ਅਮਰੀਕਾ ਦੇ ਸਿਆਟਲ ਸ਼ਹਿਰ 'ਚ ਹੁੱਕਾ ਲਾਉਂਜ 'ਚ ਹੋਈ ਗੋਲੀਬਾਰੀ ਦੌਰਾਨ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਤੇ 6 ਹੋਰ ਜ਼ਖਮੀ ਹੋ ਗਏ।
ਅਧਿਕਾਰੀਆਂ ਨੇ ਐਤਵਾਰ ਤੜਕੇ 4:30 ਵਜੇ ਤੋਂ ਠੀਕ ਪਹਿਲਾਂ ਰੇਨੀਅਰ ਹੁੱਕਾ ਲੌਂਜ 'ਚ ਗੋਲੀਬਾਰੀ ਦੀਆਂ ਰਿਪੋਰਟਾਂ ਦਾ ਜਵਾਬ ਦਿੱਤਾ। ਸੀਐਟਲ ਪੁਲਿਸ ਦੇ ਮੁਖੀ ਐਡਰੀਅਨ ਡਿਆਜ਼ ਨੇ ਐਤਵਾਰ ਸ਼ਾਮ ਨੂੰ ਇੱਕ ਨਿਊਜ਼ ਕਾਨਫਰੰਸ 'ਚ ਕਿਹਾ ਕਿ ਪੁਲਿਸ ਨੇ ਪਾਇਆ ਕਿ 2 ਆਦਮੀ ਅਤੇ ਇੱਕ ਔਰਤ ਨੂੰ ਗੋਲੀ ਮਾਰ ਦਿੱਤੀ ਗਈ ਸੀ। 22 ਅਤੇ 32 ਸਾਲ ਦੇ 2 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 30 ਸਾਲ ਦੀ ਔਰਤ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਦਿਨ ਵਿੱਚ ਬਾਅਦ 'ਚ ਉਸ ਦੀ ਮੌਤ ਹੋ ਗਈ। ਜ਼ਖਮੀਆਂ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ। ਐਤਵਾਰ ਸ਼ਾਮ ਤੱਕ 4 ਪੁਰਸ਼ ਤੇ 1 ਔਰਤ ਦੀ ਹਾਲਤ ਸਥਿਰ ਸੀ। ਸੀਐਟਲ ਫਾਇਰ ਚੀਫ ਹੈਰੋਲਡ ਸਕੋਗਿਨਜ਼ ਨੇ ਨਿਊਜ਼ ਕਾਨਫਰੰਸ 'ਚ ਕਿਹਾ ਕਿ ਇੱਕ 23 ਸਾਲਾ ਵਿਅਕਤੀ ਗੰਭੀਰ ਹਾਲਤ 'ਚ ਸੀ। ਵਿਭਾਗ ਦੀ ਹੋਮੀਸਾਈਡ ਯੂਨਿਟ ਜਾਂਚ ਦੀ ਅਗਵਾਈ ਕਰ ਰਹੀ ਹੈ। ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਗੋਲੀਬਾਰੀ ਕਿਸ ਕਾਰਨ ਹੋਈ ਜਾਂ ਕਿੰਨੇ ਸ਼ੱਕੀ ਸ਼ਾਮਲ ਨੇ। ਪੁਲਿਸ ਨੇ ਪੁਸ਼ਟੀ ਕੀਤੀ ਕਿ ਉਹਨਾਂ ਨੇ ਘੱਟੋ-ਘੱਟ 5 ਬੰਦੂਕਾਂ ਬਰਾਮਦ ਕੀਤੀਆਂ ਨੇ। ਡਿਆਜ਼ ਨੇ ਕਿਹਾ ਇਹ ਜਾਪਦਾ ਸੀ ਕਿ ਉਹ ਜਗ੍ਹਾ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਜਦੋਂ ਇਹ ਕਮਿਊਨਿਟੀ ਦੀ ਗੱਲ ਆਉਂਦੀ ਹੈ ਤਾਂ ਮੇਰਾ ਮੰਨਣਾ ਹੈ ਕਿ ਇਹ ਇੱਕ ਅਲੱਗ-ਥਲੱਗ ਘਟਨਾ ਹੈ। ਸੀਐਟਲ ਦੇ ਮੇਅਰ ਬਰੂਸ ਹੈਰੇਲ ਨੇ ਇੱਕ ਬਿਆਨ 'ਚ ਕਿਹਾ ਕਿ ਭਾਵੇਂ ਸੀਐਟਲ ਪੁਲਿਸ ਨੇ ਜੁਲਾਈ ਤੋਂ 869 ਬੰਦੂਕਾਂ ਨੂੰ ਬਰਾਮਦ ਕਰਨ ਦੀ ਤੇਜ਼ ਅਤੇ ਰਿਕਾਰਡ ਰਫ਼ਤਾਰ ਜਾਰੀ ਰੱਖੀ ਹੋਈ ਹੈ, ਗਲਤ ਹੱਥਾਂ 'ਚ ਅਜੇ ਵੀ ਹੋਰ ਗੈਰ ਕਾਨੂੰਨੀ ਬੰਦੂਕਾਂ ਨੇ ਜਿਨ੍ਹਾਂ ਦੀ ਵਰਤੋਂ ਇੱਕ ਹੋਰ ਦੁਖਾਂਤ ਨੂੰ ਭੜਕਾਉਣ ਲਈ ਕੀਤੀ ਜਾ ਸਕਦੀ ਹੈ। ਅਮਰੀਕਾ ਦੇ ਹਵਾਈ ਖੇਤਰ 'ਚ ਫੈਲੀ ਜੰਗਲੀ ਅੱਗ ਨੇ ਹੁਣ ਤੱਕ ਕਈ ਲੋਕਾਂ ਦੀ ਜਾਨ ਲੈ ਲਈ ਹੈ ਤੇ ਭਾਰੀ ਤਬਾਹੀ ਮਚਾਈ ਹੈ। ਇਸ ਘਟਨਾ 'ਚ ਕਈ ਲੋਕਾਂ ਦੇ ਅਹਿਮ ਦਸਤਾਵੇਜ਼ ਵੀ ਗੁਆਚ ਗਏ ਨੇ ਜੋ ਉਹਨਾਂ ਦੀ ਪਛਾਣ ਬਣਦੇ ਸਨ। ਇਸ ਦਾ ਸਭ ਤੋਂ ਵੱਧ ਅਸਰ ਪ੍ਰਵਾਸੀ ਲੋਕਾਂ ਤੇ ਪਿਆ ਹੈ ਕਿਉਂਕਿ ਹੁਣ ਉਹਨਾਂ ਕੋਲ ਕੋਈ ਵੀ ਸਬੂਤ ਨਹੀਂ ਬਚਿਆ ਹੈ। ਉਸਨੇ ਹੁਣ ਆਪਣੀ ਨਵੀਂ ਪਛਾਣ ਬਣਾਉਣੀ ਹੈ ਤੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਹੈ। ਫਰੈਡੀ ਥਾਮਸ ਲਾਹਾਈਨਾ 'ਚ ਆਪਣੇ ਵਿਹੜੇ 'ਚ ਕੰਮ ਕਰ ਰਿਹਾ ਸੀ ਜਦੋਂ ਅਚਾਨਕ ਅੱਗ ਤੇਜ਼ੀ ਨਾਲ ਉਸ ਦੇ ਘਰ ਵੱਲ ਵੱਧ ਗਈ। ਇਸ ਦੌਰਾਨ ਉਸਨੇ ਸੇਫ 'ਚੋਂ ਕੀਮਤੀ ਸਮਾਨ ਬਚਾਉਣ ਬਾਰੇ ਸੋਚਿਆ, ਪਰ ਫਿਰ ਉਸ ਨੂੰ ਅਹਿਸਾਸ ਹੋਇਆ ਕਿ ਉਸ ਕੋਲ ਸਮਾਂ ਨਹੀਂ ਹੈ ਤੇ ਉਹ ਭੱਜ ਗਿਆ। ਫਿਲੀਪੀਨਜ਼ ਤੋਂ ਇੱਕ ਰਿਟਾਇਰਡ ਹੋਟਲ ਕਰਮਚਾਰੀ ਆਪਣੇ ਬੇਟੇ ਨਾਲ ਆਪਣੇ ਤਬਾਹ ਹੋਏ ਘਰ ਵਾਪਸ ਪਰਤਿਆ ਅਤੇ ਆਪਣੀ ਸੁਰੱਖਿਆ ਦੀ ਭਾਲ ਸ਼ੁਰੂ ਕਰ ਦਿੱਤੀ। 65 ਸਾਲਾ ਟੌਮਸ ਨੇ ਕਿਹਾ ਕਿ ਸੇਫ 'ਚ ਉਸ ਦਾ ਪਾਸਪੋਰਟ, ਨੈਚੁਰਲਾਈਜੇਸ਼ਨ ਪੇਪਰ, ਹੋਰ ਜ਼ਰੂਰੀ ਦਸਤਾਵੇਜ਼ ਅਤੇ 35,000 ਅਮਰੀਕੀ ਡਾਲਰ ਸਨ। ਅਵਸ਼ੇਸ਼ ਖੰਗਾਲਣ ਤੋਂ ਬਾਅਦ ਪਿਓ ਪੁੱਤ ਨੇ ਤਿਜੋਰੀ ਲੱਭ ਲਈ, ਪਰ ਇਹ ਤੂਫਾਨ ਨਾਲ ਖੁੱਲ੍ਹ ਗਈ ਸੀ ਤੇ ਇਸ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ। ਲਹਿਨੇ ਦੇ ਸੁੰਦਰ ਨਜ਼ਾਰਿਆਂ ਅਤੇ ਆਰਾਮਦਾਇਕ ਜੀਵਨ ਸ਼ੈਲੀ ਤੋਂ ਆਕਰਸ਼ਿਤ ਹੋ ਕੇ ਵਿਦੇਸ਼ੀ ਕਾਮੇ ਦੁਨੀਆ ਭਰ ਤੋਂ ਲਹਿਨੇ ਆਏ। ਉਸ ਤਬਾਹੀ 'ਚ ਬਹੁਤ ਸਾਰੇ ਵਿਦੇਸ਼ੀ ਜੰਮੇ ਮਜ਼ਦੂਰਾਂ ਨੇ ਸਭ ਕੁਝ ਗੁਆ ਦਿੱਤਾ। ਕੁਝ ਵਸਨੀਕਾਂ ਦੀ ਮੌਤ ਹੋ ਗਈ। ਸੈਨ ਫਰਾਂਸਿਸਕੋ 'ਚ ਮੈਕਸੀਕੋ ਦੇ ਵਣਜ ਦੂਤ ਘਰ ਨੇ ਕਿਹਾ ਹੈ ਕਿ 2 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ ਤੇ ਉਹ ਮੈਕਸੀਕੋ 'ਚ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੇ ਅਵਸ਼ੇਸ਼ਾਂ ਨੂੰ ਵਾਪਸ ਕਰਨ ਦਾ ਪ੍ਰਬੰਧ ਕਰਨ 'ਚ ਮਦਦ ਕਰ ਰਹੇ ਸਨ। 100 ਤੋਂ ਵੱਧ ਮਰਨ ਵਾਲਿਆਂ 'ਚ ਇੱਕ ਕੋਸਟਾ ਰੀਕਨ ਵੀ ਸ਼ਾਮਲ ਸੀ ਤੇ ਕੋਈ ਹੋਰ ਲਾਪਤਾ ਨੇ। ਕੌਂਸਲੇਟ ਨੇ ਕਿਹਾ ਹੈ ਕਿ ਲਗਭਗ 3000 ਮੈਕਸੀਕਨ ਨਾਗਰਿਕ ਮਾਉਈ 'ਚ ਰਹਿੰਦੇ ਨੇ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅਨਾਨਾਸ ਫਾਰਮਾਂ, ਹੋਟਲਾਂ ਅਤੇ ਰੈਸਟੋਰੈਂਟਾਂ ਅਤੇ ਸੈਰ ਸਪਾਟਾ ਨਾਲ ਸੰਬੰਧਿਤ ਹੋਰ ਅਦਾਰਿਆਂ 'ਚ ਕੰਮ ਕਰਦੇ ਨੇ। ਸੈਨ ਫਰਾਂਸਿਸਕੋ 'ਚ ਮੈਕਸੀਕੋ ਦੇ ਕੌਂਸਲ ਜਨਰਲ ਰੈਮੇਡੀਓਜ਼ ਗੋਮੇਜ਼ੋ ਆਰਨੋ ਨੇ 3 ਸਟਾਫ ਮੈਂਬਰਾਂ ਨੂੰ ਮੈਕਸੀਕਨ ਨਾਗਰਿਕਤਾ ਦੀ ਤਰਾਸਦੀ ਨਾਲ ਸਿੱਝਣ 'ਚ ਮਦਦ ਕਰਨ ਲਈ ਮਾਉਈ ਭੇਜਿਆ। ਮੈਕਸੀਕਨ ਸਰਕਾਰ ਮਾਉਈ ਤੇ ਆਪਣੇ ਘੱਟੋ-ਘੱਟ 250 ਨਾਗਰਿਕਾਂ ਦੇ ਸੰਪਰਕ 'ਚ ਹੈ ਤੇ ਅੱਗ 'ਚ ਗੁੰਮ ਹੋਏ ਪਾਸਪੋਰਟ ਅਤੇ ਜਨਮ ਸਰਟੀਫਿਕੇਟ ਦੁਬਾਰਾ ਜਾਰੀ ਕੀਤੇ ਗਏ ਨੇ। ਚੂਏ ਮੈਡਰੀਗਲ ਆਪਣੇ ਵਿਸਤ੍ਰਿਤ ਪਰਿਵਾਰ ਦੇ 9 ਮੈਂਬਰਾਂ ਨਾਲ ਅੱਗ ਤੋਂ ਭੱਜ ਗਿਆ ਜੋ ਮੂਲ ਰੂਪ 'ਚ ਮੈਕਸੀਕੋ ਤੋਂ ਆਏ ਨੇ। ਪ੍ਰਵਾਸੀਆਂ ਲਈ ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਸ ਪ੍ਰੋਗਰਾਮ ਜਾਂ DACA ਦੀ ਪ੍ਰਾਪਤਕਰਤਾ ਮੈਡਰੀਗਲ ਨੇ ਕਿਹਾ ਹੈ ਕਿ ਉਸ ਨੇ ਉਹ ਘਰ ਗਵਾ ਦਿੱਤਾ ਜਿਸ ਨੂੰ ਖਰੀਦਣ ਲਈ ਉਸ ਦੀ ਮਾਂ ਨੇ 30 ਸਾਲ ਕੰਮ ਕੀਤਾ ਸੀ ਤੇ ਫੂਡ ਟਰੱਕ ਜੋ ਉਸ ਨੇ ਸਿਰਫ 3 ਮਹੀਨੇ ਪਹਿਲਾਂ ਚਲਾਉਣਾ ਸ਼ੁਰੂ ਕੀਤਾ ਸੀ। ਮੈਡਰੀਗਲ ਨੇ ਕਿਹਾ ਹੈ ਕਿ ਉਹ ਅਤੇ ਪ੍ਰਵਾਸੀ ਭਾਈਚਾਰੇ ਦੇ ਹੋਰ ਲੋਕ ਲੋੜਵੰਦਾਂ ਲਈ ਸਪਲਾਈ ਇਕੱਠੀ ਕਰਨ ਲਈ ਦਰਵਾਜ਼ੇ ਖੜਕਾਉਂਦੇ ਰਹੇ ਨੇ। ਉਸ ਨੇ ਆਪਣੇ ਵਰਗੇ ਲੋਕਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਸਭ ਕੁਝ ਗਵਾ ਚੁੱਕੇ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ TV ਪੰਜਾਬ।
ਟਰੂਡੋ ਸ਼ਾਰਲੈਟਨ ਟਾਊਨ ਵਿਖੇ 3 ਰੋਜ਼ਾ ਰਿਟਰੀਟ ਸਮਾਰੋਹ 'ਚ ਦੇਣਗੇ ਆਪਣੀ ਕੈਬਨਿਟ ਲਈ ਨਵੇਂ ਮਿਸ਼ਨ ਦਾ ਸੁਨੇਹਾ। ਸਰਕਾਰ ਲਈ ਹਾਊਸਿੰਗ ਅਫੋਰਡੇਬਿਲਟੀ ਸੰਕਟ ਬਣਿਆ ਅਹਿਮ ਮੁੱਦਾ। ਬ੍ਰਿਟਿਸ਼ ਕੋਲੰਬੀਆ 'ਚ 400 ਜੰਗਲਾਂ 'ਚ ਭਿਆਨਕ ਅੱਗ, ਘੱਟੋ-ਘੱਟ 30,000 ਘਰਾਂ ਨੂੰ ਕਰਵਾਇਆ ਗਿਆ ਖਾਲੀ, ਜਦਕਿ 36,000 ਹੋਰ ਘਰਾਂ ਨੂੰ ਖਾਲੀ ਕਰਨ ਦੀ ਦਿੱਤੀ ਚੇਤਾਵਨੀ। ਓਕਨਾਗਨ ਝੀਲ ਦੇ ਆਲੇ-ਦੁਆਲੇ ਲੱਗੀ ਵਿਨਾਸ਼ਕਾਰੀ ਜੰਗਲੀ ਅੱਗ ਹੁਣ ਤਕਰੀਬਨ ਕਾਬੂ ਹੇਠ। ਪੱਛਮੀ ਕੇਲੋਨਾ ਫਾਇਰ ਮੁਖੀ ਨੇ ਕਿਹਾ 500 ਫਾਇਰ ਫਾਈਟਰਸ ਦੀ ਇੱਕ ਫੌਜ ਲੜਾਈ 'ਚ ਲੱਗੀ ਹੋਈ ਹੈ। ਮਿਸੀਸਾਗਾ 'ਚ 4 ਗੱਡੀਆਂ ਦੇ ਆਪਸ 'ਚ ਟਕਰਾਉਣ ਕਾਰਨ ਇੱਕ ਵਿਅਕਤੀ ਦੀ ਮੌਤ, 4 ਵਿਅਕਤੀਆਂ ਨੂੰ ਇਸ ਹਾਦਸੇ 'ਚ ਲੱਗੀਆਂ ਮਾਮੂਲੀ ਸੱਟਾਂ। ਪੁਲਿਸ ਹਾਦਸੇ ਦੀ ਕਰ ਰਹੀ ਹੈ ਜਾਂਚ।